ਗਾਇਜ਼ ਗੁਰਪ੍ਰੀਤ ਦੀ ਕਲਾਸ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਜੋ ਮੈਂ ਟੌਪਿਕ ਤੁਹਾਨੂੰ ਕਰਾਉਣ ਜਾ ਰਿਹਾ ਹਾਂ ਉਹ ਫਰੰਟ ਆਫਿਸ ਫਾਊਂਡੇਸ਼ਨ 2 ਦਾ ਟੌਪਿਕ ਹੈ ਅਪਸੈਲਿੰਗ। ਅੱਜ ਅਸੀਂ ਇਸ ਟਰਮ ਬਾਰੇ ਪੜ੍ਹਾਂਗੇ ਕਿ ਅਪਸੈਲਿੰਗ ਕੀ ਹੁੰਦੀ ਹੈ। ਆਓ ਨੋਟਸ ਦੇ ਉੱਤੇ ਨਿਗਾਹ ਮਾਰਦੇ ਹਾਂ ਤਾਂ ਜਾਣਦੇ ਹਾਂ ਕਿ ਅਪਸੈਲਿੰਗ ਹੈ ਕੀ। ਤੁਸੀਂ ਦੇਖ ਪਾ ਰਹੇ ਹੋ ਅਪਸੈਲਿੰਗ ਇਜ਼ ਦੀ ਪ੍ਰੋਸੈਸ, ਇੱਕ ਪ੍ਰਕਿਰਿਆ ਹੈ ਆਫ ਪਰਸੂਡਿੰਗ ਮੀਨਸ ਹੁੰਦਾ ਮਨਾਉਣਾ ਦੀ ਗੈਸਟ ਟੂ ਆਪਸ਼ਨ ਫੋਰ ਏ ਸੁਪੀਰੀਅਰ ਰੂਮ ਵਿਦ ਏ ਹਾਈਅਰ ਰੂਮ ਰੇਟ। ਮਤਲਬ ਕਿ ਗੈਸਟ ਨੂੰ ਇਨਫਲੂਐਂਸ ਕਰਨਾ, ਮਤਲਬ ਮਨਾਉਣ ਦੀ ਕੋਸ਼ਿਸ਼ ਕਰਨਾ ਕਿ ਸੁਪੀਰੀਅਰ ਰੂਮ ਤੁਸੀਂ ਖਰੀਦੋ, ਉਹ ਬਹੁਤ ਵਧੀਆ ਰੂਮ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਫੈਸਿਲਿਟੀਜ਼ ਨੇ, ਉਹਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਹਾਈਅਰ ਰੇਟ ਦੇ ਉੱਤੇ ਵੇਚਣ ਦੀ। ਸਪੋਜ਼ ਕਰੋ ਜਿਵੇਂ ਸਾਡੇ ਹੋਟਲ ਦੇ ਵਿੱਚ ਕੋਈ ਗੈਸਟ ਆ ਰਿਹਾ ਹੈ, 3 ਗੈਸਟ ਨੇ ਹੋਟਲ ਦੇ ਵਿੱਚ, ਉਹਨਾਂ ਨੇ 2 ਰੂਮ ਲੈਣੇ ਆ। ਉਹਨਾਂ ਨੂੰ ਅਸੀਂ ਦੇ ਤੇ ਐਗਜ਼ੀਕਿਊਟਿਵ ਵੀ ਸਕਦੇ ਹਾਂ 2, ਇੱਕ ਸਿੰਗਲ ਇੱਕ ਡਬਲ, ਪਰ ਅਸੀਂ ਕੋਸ਼ਿਸ਼ ਕਰਨੀ ਆ ਉਹਨਾਂ ਨੂੰ ਕਿ ਤੁਸੀਂ ਇੱਦਾਂ ਕਰੋ ਸਵੀਟ ਰੂਮ ਬੁੱਕ ਕਰਵਾਓ ਸਰ, ਉਹ ਬਹੁਤ ਵਧੀਆ ਰੂਮ ਹੈ, ਉਹਦੇ ਵਿੱਚ ਇਹ ਵਧੀਆ ਫੈਸਿਲਿਟੀਜ਼ ਮਿਲਦੀਆਂ ਤੁਹਾਨੂੰ, ਉਹਦੇ ਵਿੱਚ ਇਹ ਵਾਲੀਆਂ ਐਕਸਟਰਾ ਫੈਸਿਲਿਟੀਜ਼ ਬ੍ਰੇਕਫਾਸਟ ਅਤੇ ਲੰਚ ਵੀ ਤੁਹਾਨੂੰ ਫ੍ਰੀ ਕਰ ਦੇਵਾਂਗੇ। ਮਤਲਬ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਮਨਾਉਣ ਦੀ ਗੈਸਟ ਨੂੰ ਕਿ ਉਹ ਸੁਪੀਰੀਅਰ ਰੂਮ ਖਰੀਦ ਲਵੇ। ਇਹਨੂੰ ਕਹਿੰਦੇ ਅਪ ਸੈਲਿੰਗ ਕਰਨਾ। This is a skill essential for all front desk staff। ਇਹ ਵਾਲੀ ਜਿਹੜੀ ਸਕਿੱਲ ਇੱਕ ਫਰੰਟ ਡੈਸਕ ਸਟਾਫ ਦੇ ਵਿੱਚ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਇਹ ਹੁੰਦੀ ਆ ਜੋ ਫਰੰਟ ਡੈਸਕ ਦੇ ਉੱਤੇ ਜੋ ਵੀ FOA ਫਰੰਟ ਆਫਿਸ ਐਸੋਸੀਏਟ ਕੰਮ ਕਰ ਰਿਹਾ ਹੁੰਦਾ, ਉਹਦੇ ਵਿੱਚ ਇਹ ਸਕਿੱਲਸ ਦੀ ਨੌਲੇਜ ਜਿਹੜੀ ਆਪਣੇ ਆਪ, ਜਿਹੜੀ ਉਹਦੀ ਸਟੱਡੀ ਆ, ਜਿਹੜੀ ਉਹਦੀ ਕਮਿਊਨੀਕੇਸ਼ਨ ਆ, ਉਹਦੇ ਵਿੱਚ ਆਪਣੇ ਆਪ ਹੀ ਆ ਜਾਂਦੀ ਹੈ ਕਿਉਂਕਿ ਉਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਵਿਸ਼ੇ ਦੇ ਉੱਤੇ। ਉਹਦੇ ਵਿੱਚ ਸਕਿੱਲ ਨੂੰ ਫੁੱਲਫਿਲ ਕਰ ਦਿੱਤਾ ਜਾਂਦਾ ਹੈ। ਇਟ ਇਜ਼ ਰੈਕੋਗਨਾਈਜ਼ਡ ਦੈਟ ਫਰੰਟ ਡੈਸਕ ਪਰਸੋਨਲ ਆਰ ਸੇਲਸ ਪਰਸਨ। ਜਿਹੜਾ ਫਰੰਟ ਡੈਸਕ ਪਰਸੋਨਲ ਜਿਹੜਾ ਮੈਂ ਤੁਹਾਨੂੰ ਦੱਸਿਆ FOA, ਉਹ ਸੇਲਸ ਪਰਸਨ ਦਾ ਕੰਮ ਕਰਦਾ ਕਿਉਂਕਿ ਉਹਨੇ ਰੂਮ ਵੇਚਣੇ ਹੋਣੇ ਆ, ਇਸ ਕਰਕੇ। ਐਂਡ ਮਸਟ ਫਾਈਂਡ ਓਪਰਚੁਨਿਟੀਜ਼, ਉਹ ਲੱਭਦਾ ਓਪਰਚੁਨਿਟੀ ਟੂ ਇਨਕਰੀਜ਼ ਰੂਮ ਰੈਵਨਿਊ ਬਾਏ ਅਪਸੈਲਿੰਗ। ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਕਿ ਓਪਰਚੁਨਿਟੀਜ਼ ਦੇਖੀ ਜਾਏ ਰੂਮ ਰੈਵਨਿਊ ਨੂੰ ਵਧਾਉਣ ਦੇ ਵਿੱਚ ਅਤੇ ਅਪਸੈਲਿੰਗ ਕਰਨ ਦੇ ਵਿੱਚ। ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਹੈ ਗੈਸਟ ਨੂੰ ਮਨਾਉਣ ਦੀ। ਅਪਸੈਲਿੰਗ ਇਜ਼ ਵੈਰੀ ਇੰਪੋਰਟੈਂਟ ਨੋਟ ਓਨਲੀ ਫॉर ਫਰੰਟ ਡੈਸਕ ਸਟਾਫਸ। ਇਹ ਸਿਰਫ ਫਰੰਟ ਡੈਸਕ ਦੇ ਸਟਾਫ ਲਈ ਇੰਪੋਰਟੈਂਟ ਨਹੀਂ ਹੈ, ਜ਼ਰੂਰੀ ਨਹੀਂ ਹੈ, ਪਰੰਤੂ ਫॉर ਅਦਰ 3 ਮੇਜਰ ਹੋਟਲ ਓਪਰੇਸ਼ਨ ਡਿਪਾਰਟਮੈਂਟਸ ਆਲਸੋ। ਬਾਕੀ ਜਿਹੜੇ 3 ਡਿਪਾਰਟਮੈਂਟ ਨੇ ਹੋਟਲ ਦੇ ਵਿੱਚ, ਕਿਹੜੇ ਨੇ? ਹਾਊਸਕੀਪਿੰਗ ਡਿਪਾਰਟਮੈਂਟ ਆ, F&B ਡਿਪਾਰਟਮੈਂਟ ਆ ਅਤੇ ਫੂਡ ਪ੍ਰੋਡਕਸ਼ਨ ਡਿਪਾਰਟਮੈਂਟ ਆ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਨੇ। ਦਿਸ ਸਕਿੱਲ ਰਿਕੁਆਇਰਸ ਦੀ ਫੋਲੋਇੰਗ ਕੁਆਲਿਟੀਜ਼। ਹੁਣ ਇਹ ਸਕਿੱਲਸ ਕਿਹੜੀਆਂ ਕੁਆਲਿਟੀਜ਼ 'ਤੇ ਰਿਕੁਆਇਰ ਹੁੰਦੀ ਆ, ਕਿਹੜੀਆਂ ਕੁਆਲਿਟੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਸਕਿੱਲਸ ਕੰਮ ਕਰਦੀਆਂ ਨੇ। ਅੰਡਰਸਟੈਂਡਿੰਗ ਦੀ ਰੂਮ ਪ੍ਰੋਡਕਟ ਐਂਡ ਇਟਸ ਫੀਚਰ ਥਰੋਲੀ। ਕਹਿਣ ਤੋਂ ਭਾਵ ਹੈ ਕਿ ਤੁਹਾਨੂੰ ਰੂਮ ਦੇ ਪ੍ਰੋਡਕਟ ਦੀ ਅਤੇ ਉਹਦੇ ਕਿਹੜੇ ਫੀਚਰਸ ਨੇ, ਉਹਦੀਆਂ ਕਿਹੜੀਆਂ ਸਰਵਿਸਿਜ਼ ਨੇ, ਇਹਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਨੋਇੰਗ ਦੀ ਰੂਮ ਰੈਵਨਿਊ ਟਾਰਗੇਟਸ ਫੋਰ ਦੀ ਡੇ, ਵੀਕ ਐਂਡ ਮੰਥ। ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਟਾਰਗੇਟਸ ਕਿਹੜੇ ਨੇ ਦਿਨ ਦੇ ਵਿੱਚ, ਹਫਤੇ ਦੇ ਵਿੱਚ ਅਤੇ ਮਹੀਨੇ ਦੇ ਵਿੱਚ। ਰੂਮ ਰੈਵਨਿਊ ਟਾਰਗੇਟ ਨੂੰ ਕੰਪਲੀਟ ਕਰਨ ਦੇ ਲਈ ਤੁਹਾਨੂੰ ਇੱਕ ਦਿਨ ਦੇ ਵਿੱਚ ਕਿੰਨੇ ਰੂਮ ਸੈੱਲ ਕਰਨੇ ਪੈਣੇ ਨੇ, ਵੀਕਲੀ ਕਿੰਨੇ ਕਰਨੇ ਪੈਣੇ ਅਤੇ ਮੰਥਲੀ ਕਿੰਨੇ ਕਰਨੇ ਪੈਣੇ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਸੈਸਿੰਗ ਦੀ ਗੈਸਟ ਕੈਪੈਸਿਟੀ ਐਂਡ ਵਿਲਿੰਗਨੈਸ ਟੂ ਪੇ ਏ ਹਾਈਅਰ ਰੇਟ। ਤੁਹਾਡੇ ਵਿੱਚ ਇੱਕ ਕੈਪੈਸਿਟੀ ਹੋਣੀ ਚਾਹੀਦੀ ਹੈ, ਗੈਸਟ ਨੂੰ ਕਿਵੇਂ ਵਿਲਿੰਗਨੈਸ ਦੇ ਥਰੂ ਤੁਸੀਂ ਉਸ ਨੂੰ ਹਾਈ ਪੇ ਕੋ ਅਚੀਵ ਕਰਨੀ ਹੈ। ਇਹ ਚੀਜ਼ ਦੀ ਕੈਪੇਬਿਲਿਟੀ ਤੁਹਾਨੂੰ ਗੈਸਟ ਵਿੱਚ ਵੀ ਪਾਉਣੀ ਪਏਗੀ ਕਿ ਉਹਨੂੰ ਉਹ ਫੀਲ ਕਰਵਾਇਆ ਜਾਵੇ, ਵਿਲਿੰਗਨੈਸ ਦੇਣੀ, ਉਸ ਨੂੰ ਇੱਕ ਰਿਸਪੈਕਟੇਬਲ, ਇੱਕ ਵਧੀਆ ਬਿਹੇਵੀਅਰ ਪੇ ਕਰਨਾ ਤੁਸੀਂ, ਤਾਂ ਜੋ ਉਹ ਤੁਹਾਡੇ ਵੱਲ ਇੰਸਪਾਇਰ ਹੋ ਕੇ ਰੂਮ ਹਾਈਅਰ ਰੇਟ 'ਤੇ ਖਰੀਦ ਸਕੇ। ਐਸਟੈਬਲਿਸ਼ਿੰਗ ਦੀ ਗੈਸਟ ਨੀਡਸ ਬਾਏ ਇਨਕਰੇਜਿੰਗ ਏ ਡਿਸਕਸ਼ਨ। ਇੱਕ ਨਾ ਇਹ ਵੀ ਗੱਲ ਬਹੁਤ ਜ਼ਰੂਰੀ ਹੁੰਦੀ ਆ
ਗੈਸਟ ਦੇ ਨਾਲ ਡਿਸਕਸ਼ਨ ਕਰਦੇ ਰਹਿਣਾ। ਡਿਸਕਸ਼ਨ ਕਰਨ ਦੇ ਨਾਲ ਕੀ ਹੁੰਦਾ ਆ, ਗੈਸਟ ਨੂੰ ਤੁਸੀਂ ਇਨਕਰੇਜ ਕਰ ਸਕਦੇ ਹੋ, ਉਹਦੀਆਂ ਨੀਡਸ ਜਾਣ ਸਕਦੇ ਹੋ, ਉਹਦੀਆਂ ਨੀਡਸ ਨੂੰ ਫੁੱਲਫਿਲ ਕਰ ਸਕਦੇ ਹੋ। ਸੋ ਗੈਸਟ ਦੀ ਨੀਡਸ, ਜ਼ਰੂਰਤਾਂ ਨੂੰ ਆਪਣੇ ਡਿਸਕਸ਼ਨ ਦੇ ਨਾਲ ਇਨਕਰੇਜ ਕਰਨਾ ਹੈ। ਗੈਸਟ ਦੇ ਨਾਲ ਗੱਲਬਾਤ ਕਰਨੀ, ਜਿਹਨੂੰ ਕਹਿ ਸਕਦੇ ਹਾਂ। ਲਿਸਨ ਟੂ ਗੈਸਟ ਫੀਡਬੈਕ। ਸੋ ਗੈਸਟ ਕੀ ਕਹਿ ਰਿਹਾ, ਕੀ ਫੀਡਬੈਕ ਦੇ ਰਿਹਾ, ਉਹ ਵੀ ਧਿਆਨ ਦੇ ਨਾਲ, ਪਿਆਰ ਦੇ ਨਾਲ ਸੁਣੋ, ਵਿੱਚ ਆਪਣਾ ਇੰਟਰਪਸ਼ਨ ਨਹੀਂ ਕਰਨੀ ਹੈਗੀ। ਐਕਸਪਲੇਨਿੰਗ ਦੀ ਫੀਚਰ, ਜਿਹਨੂੰ ਸਰਵਿਸਿਜ਼ ਵੀ ਕਹਿੰਦੇ, ਐਂਡ ਬੈਨੀਫਿਟਸ ਆਫ ਏ ਸੁਪੀਰੀਅਰ ਰੂਮ ਟੂ ਦੀ ਗੈਸਟ ਇਨ ਏ ਮੈਨਰ ਦੈਟ ਮੋਟੀਵੇਟ ਹਿਮ ਟੂ ਬਾਏ। ਕਹਿ ਰਹੇ ਨੇ ਕਿ ਜਿਹੜੀਆਂ ਸਰਵਿਸਿਜ਼ ਨੇ, ਕਿਹੜੇ ਕਿਹੜੇ ਬੈਨੀਫਿਟ, ਮਤਲਬ ਕਿਹੜੇ ਕਿਹੜੇ ਪਲਾਨ ਤੁਸੀਂ ਉਹ ਰੂਮ ਦੇ ਵਿੱਚ ਪ੍ਰੋਵਾਈਡ ਕਰ ਰਹੇ ਹੋ ਸੁਪੀਰੀਅਰ ਰੂਮ ਦੇ ਵਿੱਚ, ਉਹ ਗੈਸਟ ਨੂੰ ਤੁਸੀਂ ਬੜੇ ਹੀ ਮੈਨਰਸ ਦੇ ਨਾਲ ਦੱਸਣੇ ਨੇ, ਉਹਨੂੰ ਮੋਟੀਵੇਟ ਕਰਨਾ ਕਿ ਉਹ ਰੂਮ ਨੂੰ ਖਰੀਦੇ। The features and benefits that could be used to upsell are room view, ਠੀਕ ਹੈ, ਕਿਹੜੇ ਕਿਹੜੇ ਫੀਚਰ ਸਰਵਿਸਿਜ਼ ਜਿਹੜੇ ਅਸੀਂ ਦਿਖਾ ਸਕਦੇ ਹਾਂ ਅਪਸੈਲ ਕਰਨ ਦੇ ਲਈ। ਰੂਮ ਵਿਊ ਹੋ ਗਿਆ, ਠੀਕ ਹੈ, ਹੋਟਲ ਦਾ ਰੂਮ ਵਿਊ, ਜਿਹਦੇ ਵਿੱਚ ਬਾਹਰਲੀ ਸਾਈਡ ਤੇ ਆਊਟਸਾਈਡ ਤੇ ਬਹੁਤ ਵਧੀਆ ਵਿਊ, ਬਹੁਤ ਵਧੀਆ। ਸਰ ਤੁਹਾਨੂੰ ਇਹ ਰੂਮ ਤਾਂ ਦੇ ਰਹੇ ਹੋ, ਇਹਦੇ ਬਾਹਰ ਜਿਹੜਾ ਸਵੀਮਿੰਗ ਪੂਲ ਆ ਜਾਂ ਸਪਾ ਆ ਜਾਂ ਕੋਈ ਵੀ ਜਿਹੜੀ ਫੈਸਿਲਿਟੀ ਤੁਹਾਨੂੰ ਲੱਗਦੀ ਹੈ, ਰੂਮ ਦਾ ਵਿਊ ਵਧੀਆ ਆ, ਬਾਹਰਲੀ ਸਾਈਡ ਦੇ ਉੱਤੇ ਦਿਖਦਾ, ਵਧੀਆ ਦਿਖਦਾ, ਇਸ ਕਰਕੇ ਰੂਮ ਵਿਊ ਦੇ ਤੌਰ ਦੇ ਉੱਤੇ। ਸਰ ਨੋਇਸਲੈਸ ਰੂਮ ਹੈ ਸਾਡੇ ਰੂਮ, ਸਰ ਨੋਇਸਲੈਸ ਆ, ਉੱਥੇ ਬਾਹਰ ਕੀ ਚੱਲ ਰਿਹਾ ਕਿਸੇ ਵੀ ਰੂਮ ਦੀ ਲਾਗੂ ਕੋਈ ਨੋਇਜ਼ ਨਹੀਂ ਆਉਂਦੀ ਹੈਗੀ, ਤੁਸੀਂ ਰਿਲੈਕਸ ਫੀਲ ਕਰ ਸਕਦੇ ਹੋ, ਸਮੂਥ ਫੀਲ ਕਰ ਰਹੇ ਹੋ। ਤੀਜੇ ਨੰਬਰ 'ਤੇ ਤੁਸੀਂ ਕਹਿ ਸਕਦੇ ਸਰ ਸਾਡੀ ਪ੍ਰਾਈਵੇਸੀ ਬਹੁਤ ਵਧੀਆ ਹੋਟਲ ਦੀ। ਸੋ ਪ੍ਰਾਈਵੇਸੀ ਦੇ ਤੌਰ ਦੇ ਉੱਤੇ, ਸਰਵਿਸ ਦੇ ਉੱਤੇ ਤੁਸੀਂ ਇੰਪਰੈਸ ਕਰ ਸਕਦੇ ਹੋ ਗੈਸਟ ਨੂੰ। ਲਾਰਜ ਸਾਈਜ਼ ਬੈੱਡ, ਸਰ ਸਾਡੇ ਹੋਟਲ ਦੇ ਬੈੱਡ ਬਹੁਤ ਲਾਰਜ ਸਾਈਜ਼ ਨੇ, ਇਹ ਕਹਿ ਕੇ ਵੀ ਤੁਸੀਂ ਜਿਹੜਾ ਇੰਪਰੈਸ ਕਰ ਸਕਦੇ ਹੋ। ਮਿਨੀ ਬਾਰ ਹੈ ਸਰ, ਸੇਫਟੀ ਲੋਕਰ ਹੈ ਰੂਮ ਦੇ ਵਿੱਚ, ਵੀਡੀਓ ਲਾਇਬ੍ਰੇਰੀ ਐਕਸੈਸ ਕਰ ਸਕਦੇ ਹੋ ਤੁਸੀਂ ਰੂਮ ਦੇ ਵਿੱਚ। ਸਰ ਬਟਲਰ ਸਰਵਿਸ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਜਿਮ, ਇੰਟਰਨੈਟ ਕੈਫੇ, ਬਿਜ਼ਨਸ ਸੈਂਟਰ ਆ ਸਰ ਸਾਡੇ ਹੋਟਲ ਦੇ ਵਿੱਚ। ਉਸ ਤੋਂ ਬਾਅਦ closing the sale politely after the presentation of a superior room that would perfectly suit the guest needs. This receptionist must close the sale by asking the guest, may I assign this superior room to you sir? The guest will be obliged to answer. Okay, ਇਹ ਸਾਰੀਆਂ ਚੀਜ਼ਾਂ ਦੱਸਣ ਤੋਂ ਬਾਅਦ ਤੋਂ ਕੋਸ਼ਿਸ਼ ਕੀਤੀ ਜਾਂਦੀ ਹੈ ਗੈਸਟ ਨੂੰ ਇੰਪਰੈਸ ਕਰਨ ਤੋਂ ਬਾਅਦ। ਫਿਰ ਉਸ ਨੂੰ ਪੁੱਛਿਆ ਜਾਂਦਾ ਮੇ ਆਈ ਅਸਾਈਨ ਦਿਸ ਸੁਪੀਰੀਅਰ ਰੂਮ ਟੂ ਯੂ ਸਰ, ਠੀਕ ਹੈ। ਗੈਸਟ ਦਾ 50% ਯੈਸ ਨੋ ਹੁੰਦਾ, ਉਹ ਡਿਪੈਂਡ ਕਰਦਾ ਹੈ ਕਿ ਰਿਸੈਪਸ਼ਨਿਸਟ ਉਸ ਨੂੰ ਕਿਸ ਤਰ੍ਹਾਂ ਦਾ ਬਿਹੇਵ ਨਾਲ, ਕਿਸ ਤਰ੍ਹਾਂ ਰੂਮ ਸੇਲ ਕਰ ਰਹੀ ਆ। ਤਾਂ ਹੀ ਕਹਿੰਦੇ ਪੋਲਾਈਟਲੀ ਸੇਲ ਕੀਤਾ ਜਾਣਾ ਚਾਹੀਦਾ ਰੂਮ ਨੂੰ। ਮੋਸਟ ਆਫ ਦੀ ਟਾਈਮ ਗੈਸਟ ਐਗਰੀ ਟੂ ਦੀ ਪਰਚੇਜ਼। ਓਕੇ, congratulating the guest on the excellent choice and reaffirm that she would have a better stay, ਠੀਕ ਹੈ। ਗੈਸਟ ਜਦੋਂ ਐਗਰੀ ਹੋ ਜਾਂਦਾ ਫਿਰ ਉਸ ਨੂੰ ਕੰਗ੍ਰੈਚੁਲੇਸ਼ਨ ਕਹਿਣਾ ਆ ਸਮਾਈਲਿੰਗ ਫੇਸ ਦੇ ਨਾਲ, ਅਤੇ ਉਸ ਨੂੰ ਕਹਿਣਾ ਕਿ ਤੁਸੀਂ ਬਹੁਤ ਐਕਸਲੈਂਟ ਚੁਆਇਸ ਹੈ ਤੁਹਾਡੀ, ਬਹੁਤ ਨਾਈਸ ਰੂਮ ਤੁਸੀਂ ਚੂਜ਼ ਕੀਤਾ ਹੈ, ਤੁਹਾਡਾ ਸਟੇ ਬਹੁਤ ਹੀ ਜ਼ਿਆਦਾ ਕੰਫਰਟੇਬਲ ਅਤੇ ਬੈਟਰ ਰਹੇਗਾ। Following up with the guest after a day whether the room was up to his expectations. ਫੋਲੋ ਅਪ ਰੱਖਣਾ ਆ ਗੈਸਟ ਦੇ ਨਾਲ। ਗੈਸਟ ਦੇ ਨਾਲ ਫੋਲੋ ਅਪ ਕਿਵੇਂ ਰੱਖਿਆ ਜਾਂਦਾ, ਉਸ ਨੂੰ ਬਾਰ-ਬਾਰ ਜਦੋਂ ਰਿਸੈਪਸ਼ਨ 'ਤੇ ਲਾਗੋ ਗੁਜ਼ਰੇ ਉਸ ਨੂੰ ਵਿਸ਼ ਕੀਤਾ ਜਾਂਦਾ ਹੈ ਅਤੇ ਉਸ ਨੂੰ ਪੁੱਛਿਆ ਜਾਂਦਾ ਹੈ ਸਰ ਹਾਊ ਵਾਜ਼ ਯੂਅਰ ਡੇ, ਕਿਵੇਂ ਦਾ ਦਿਨ ਸੀ, ਹਾਊ ਵਾਜ਼ ਫੂਡ ਸਰ, ਠੀਕ ਹੈ। ਹਾਊ ਇਜ਼ ਯੂਅਰ ਸਟੇਜ ਗੋਇੰਗ ਸਰ, ਤੁਹਾਡਾ ਸਟੇ ਕਿਵੇਂ ਜਾ ਰਿਹਾ ਸਰ। ਇਜ਼ ਐਨੀ ਪ੍ਰੋਬਲਮ, ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਤੁਸੀਂ ਇਹ ਸਾਰੀਆਂ ਚੀਜ਼ਾਂ ਗੈਸਟ ਨੂੰ ਪੁੱਛਣੀਆਂ ਹੁੰਦੀਆਂ। ਸੋ ਇਹ ਸੀਗਾ ਅਪ ਸੈਲਿੰਗ ਦੀ ਟੈਕਨੀਕਸ ਅਤੇ ਅਪ ਸੈਲਿੰਗ ਕਿਵੇਂ ਕਰੀਦਾ ਰੂਮ ਨੂੰ। ਥੈਂਕ ਯੂ।